गैर तजुर्बेकारां दे हत्थ कमान है कांग्रेस दी ठीक लगदी है गल तुहानूं? पंजाब दे लोकां ने जिहड़ी हुण सरकार बनाई है ये किहड़ी तजर्बे दी PhD करके आई है। सुप्रीम कोर्ट ने फैसला सुनाया कि नवजोत सिंह सिद्धू नूं सज़ा होण जा रही है। किवें देखदे हो इक्के दिन नवजोत सिंह सिद्धू और सुनील जाखड़ दा एपिसोड? इन्हां दोनों ने एक रोल अपना लिया सी कि जे सानू नहीं मिली ना मुख मंत्रीशिप ते असीं हुण पार्टी खत्म कर दईए, दोबारा मतलब मिस्टर चन्नी मुख मंत्री ना बन। इन्हां ने मतलब दोनों ने वाह ला दी। ਜਦੋਂ ਮੈਨੂੰ ਮੁੱਖ ਮੰਤਰੀ ਬਣਾਇਆ ਜਾ ਰਿਹਾ ਸੀ ਕਹਿੰਦੇ ਕਿ ਉਦੋਂ ਉਹਨਾਂ ਦੀਆਂ ਗੱਲਾਂ ਸੁਣ ਲਈਆਂ ਜਿਹੜੇ ਤਾਂ ਛੱਡ ਕੇ ਚਲੇ ਗਏ ਸੀ ਪਾਰਟੀ। ਜਦੋਂ ਪਾਰਟੀ ਦਾ ਪ੍ਰਧਾਨ ਬਣਾਇਆ ਉਦੋਂ ਵੀ ਹਿੰਦੂ ਸੀ ਜਾਖੜ ਸਾਹਿਬ, ਜਦੋਂ CLP ਲੀਡਰ ਬਣਾਇਆ ਉਦੋਂ ਵੀ ਹਿੰਦੂ ਸੀ ਜਾਖੜ ਸਾਹਿਬ। ਨਤੀਜਾ ਹੁਣ ਕਾਂਗਰਸ ਦੇ ਵਿੱਚ ਹੀ ਹੈ, ਤੁਹਾਨੂੰ ਕੀ ਲੱਗਦਾ ਰਹਿਣਗੇ ਕਾਂਗਰਸ ਦੇ ਵਿੱਚ? दौड़ेगा भागेगा बाबा ऑल सीजन्स के लिए कुछ भी करेगा। आई एम अ मैन ऑफ ऑल सीजन। ਪੰਜਾਬ ਕਾਂਗਰਸ ਲਈ ਅੱਜ ਵੱਡੇ ਝਟਕੇ ਵਾਲਾ ਦਿਨ ਹੈ। ਸੁਨੀਲ ਜਾਖੜ ਕਹਿੰਦੇ ਕਿ 50 ਸਾਲਾਂ ਦਾ ਰਿਸ਼ਤਾ ਛੱਡ ਕੇ BJP ਸ਼ਾਮਲ ਹੋ ਰਹੇ ਹਨ ਔਰ ਉਸ ਤੋਂ ਬਾਅਦ ਖਬਰ ਆ ਜਾਂਦੀ ਹੈ ਨਵਜੋਤ ਸਿੰਘ ਸਿੱਧੂ ਸਾਬਕਾ ਪ੍ਰਧਾਨ ਨੇ ਪੰਜਾਬ ਕਾਂਗਰਸ ਦੇ, ਉਹਨਾਂ ਨੂੰ ਸੁਪਰੀਮ ਕੋਰਟ ਨੇ 1 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ ਪੁਰਾਣੇ ਕੇਸ ਦੇ ਵਿੱਚ। ਔਰ ਇਹਨਾਂ तमाम ਮਸਲਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਕਾਂਗਰਸ ਦੇ ਸਾਬਕਾ ਵਿਧਾਇਕ ਤੇ ਸੀਨੀਅਰ ਲੀਡਰ ਕੇ ਢਿੱਲੋਂ ਸਾਡੇ ਨਾਲ ਨੇ। ਢਿੱਲੋਂ ਸਾਹਿਬ, ਕਿਵੇਂ ਦੇਖਦੇ ਹੋ ਕਾਂਗਰਸ ਨੂੰ, ਕਿੱਥੇ ਜੇ ਖੜਾ ਦੇਖ ਰਹੇ ਹੋ? ਕਿਉਂਕਿ ਆਏ ਦਿਨ ਹੀ ਡਾਊਨਫਾਲ ਚੱਲ ਰਹੀ ਹੈ ਔਰ ਸੁਨੀਲ ਜਾਖੜ ਛੱਡ ਕੇ ਚਲੇ ਗਏ। ਅੱਜ ਤਾਂ ਬਹੁਤ ਤਿੱਖੇ ਐਲੀਗੇਸ਼ਨ ਕਾਂਗਰਸ ਤੇ ਲਾਏ ਆ ਉਹਨਾਂ ਨੇ, ਕਹਿੰਦੇ ਕਿ 50 ਸਾਲਾਂ ਦਾ ਰਿਸ਼ਤਾ ਸੀ, ਕਹਿੰਦੇ ਐਵੇਂ ਨਹੀਂ ਛੱਡਿਆ। ਇਸ ਦੇ ਪਿੱਛੇ ਵਜ੍ਹਾ ਬਹੁਤ ਸਾਰੀਆਂ ਨੇ। ਮੈਂ ਸਮਝਦਾ ਹਾਂ ਕਿ ਦੇਖੋ ਜਿੱਥੋਂ ਤੱਕ ਕਾਂਗਰਸ ਪਾਰਟੀ ਦਾ ਸਵਾਲ ਹੈ, ਕਾਂਗਰਸ ਪਾਰਟੀ ਨੂੰ ਤਾਂ ਮੈਂ ਸਮਝਦਾ ਕੋਈ ਫਰਕ ਨਹੀਂ ਪੈਣਾ, ਸਗੋਂ ਫਾਇਦਾ ਹੋਏਗਾ ਜੋ ਮੈਂ ਦੇਖ ਰਿਹਾ ਸਿਆਸੀ ਤੌਰ ਤੇ। ਹਾਂ, ਜਦੋਂ ਤੱਕ ਜਾਤੀ ਤੌਰ ਤੇ ਚਲੋ ਸਾਡੇ ਸਾਰਿਆਂ ਦੇ ਜਾਖੜ ਸਾਹਿਬ ਨਾਲ ਬੜੇ ਅੱਛੇ ਸਬੰਧ ਸੀ, ਚੰਗਾ ਇੱਕ ਰਿਲੇਸ਼ਨਸ਼ਿਪ ਸੀ। ਅਸੀਂ ਜ਼ਰੂਰ ਮਹਿਸੂਸ ਕਰਦੇ ਹਾਂ ਕਿ ਉਹਨਾਂ ਦਾ ਇਹ ਜਾਣ ਦਾ ਵੇਲਾ ਨਹੀਂ ਸੀ, ਕਿਉਂਕਿ ਜਿਹੜੀ ਪਾਰਟੀ ਨੇ ਇੰਨਾ ਕੁਝ ਦਿੱਤਾ ਹੋਵੇ, ਕੋਈ ਵੀ ਦੇਣ ਵੱਲੋਂ ਕਸਰ ਨਾ ਛੱਡੀ ਹੋਵੇ। ਕਈ ਵਾਰੀ ਜ਼ਿੰਦਗੀ ਵਿੱਚ ਕਈ ਵਾਰੀ ਲੋਕ ਠੁਕਰਾ ਦਿੰਦੇ ਹੈ ਤੇ ਬੰਦਾ ਸਿਆਸਤ ਵਿੱਚ ਇੱਕ ਬੜਾ ਲੋ ਪੁਆਇੰਟ ਤੇ ਹੁੰਦਾ ਮੋਰਲੀ। ਉਦੋਂ ਵੀ ਪਾਰਟੀ ਨੇ ਜਾਖੜ ਸਾਹਿਬ ਦਾ ਸਾਥ ਦਿੱਤਾ ਤੇ ਜਾਖੜ ਸਾਹਿਬ ਨੂੰ ਮੋਰਲ ਬੂਸਟ ਦਿੱਤਾ ਤੇ ਵੱਡੇ ਤੋਂ ਵੱਡਾ ਅਹੁਦਾ ਦਿੱਤਾ। ਸੋ ਅੱਜ ਜੇ ਕੁਝ ਥੋੜੀ ਜੀ ਪਾਰਟੀ ਇੱਕ ਰਫ ਪੈਚ ਵਿੱਚ ਦੀ ਲੰਘ ਰਹੀ ਹੈ, ਅੱਜ ਪਾਰਟੀ ਨੂੰ ਛੱਡ ਕੇ ਜਾਣਾ ਮੈਂ ਸਮਝਦਾ ਇਹ ਜਾਖੜ ਸਾਹਿਬ ਵਾਸਤੇ ਕੋਈ ਚੰਗੀ ਗੱਲ। ਔਰ ਸੁਖਜਿੰਦਰ ਸਿੰਘ ਰੰਧਾਵਾ ਨੇ ਤਾਂ ਬਹੁਤ ਤਿੱਖੇ ਸ਼ਬਦਾਂ 'ਚ ਹਮਲਾ ਕੀਤਾ। ਉਹ ਕਹਿੰਦੇ ਕਿ ਚੁਲੀ ਪਰ ਪਾਣੀ ਮੈਂ ਕਹਿੰਦਾ ਲੈ ਕੇ ਜਾਵੇ, ਡੁੰਬਰਨਾ ਚਾਹੀਦਾ। ਔਰ ਸੁਨੀਲ ਜਾਖੜ ਨੇ ਇਹ ਕੰਮ ਜੋ ਕੀਤਾ ਕਹਿੰਦੇ ਕਿ ਮੈਂ ਚਾਹੁੰਦਾ, ਕਹਿੰਦੇ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ ਹਾਈ ਕਮਾਨ ਨੂੰ ਇਹ ਕੰਮ। ਕਹਿੰਦੇ ਮੈਂ ਪਹਿਲਾਂ ਹੀ ਕਿਹਾ ਸੀ ਰਾਹੁਲ ਗਾਂਧੀ ਨੂੰ ਕਿ ਨਵਜੋਤ ਸਿੱਧੂ ਤੇ ਸੁਨੀਲ ਜਾਖੜ ਨੂੰ ਪਾਰਟੀ 'ਚੋਂ ਕੱਢ ਦਿਓ, ਫਾਇਦਾ ਹੋ ਜਾਊਗਾ। ਠੀਕ ਹੈ, ਰੰਧਾਵਾ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਉਹਨਾਂ ਦੇ ਵਿਚਾਰ ਹੈ ਤੇ ਰੰਧਾਵਾ ਸਾਹਿਬ ਨੇ ਇਹ ਵਿਚਾਰ ਕਈ ਵਾਰੀ ਪਾਰਟੀ ਪਲੇਟਫਾਰਮ 'ਤੇ ਵੀ ਪ੍ਰਗਟ ਕੀਤੇ ਹੈ। ਜਦੋਂ ਅਸੀਂ ਇਕੱਠੇ ਬਹਿੰਦੇ ਸੀ ਉਹਨਾਂ ਨੇ ਕਿਹਾ ਹੈ। ਪਰ ਦੇਖੋ ਇੱਕ ਗੱਲ ਤਾਂ ਬੜੀ ਸਹੀ ਹੈ, ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਿਹੜੀ ਕਾਂਗਰਸ ਦੀ ਹਾਰ ਹੋਈ ਹੈ ਜਾਂ ਜਿਹੜਾ ਕਾਂਗਰਸ ਦਾ ਜੋ 2022 'ਚ ਪਰਫਾਰਮੈਂਸ ਸੀ, ਉਹ ਸਾਡੇ 3 ਹੀ ਮੁੱਖ ਬੰਦੇ ਸੀ। ਇੱਕ ਸੀ ਪ੍ਰਧਾਨ ਸਾਹਿਬ ਸਿੱਧੂ ਸਾਹਿਬ, ਇੱਕ ਸੀ ਚੀਫ ਮਿਨਿਸਟਰ ਚੰਨੀ ਸਾਹਿਬ, ਇੱਕ ਸੀ ਸਾਡੇ ਕੈਂਪੇਨ ਕਮੇਟੀ ਦੇ ਚੇਅਰਮੈਨ ਜਾਖੜ ਸਾਹਿਬ। ਇਹ ਤਿੰਨਾਂ ਬੰਦਿਆਂ ਦੀ ਜਿਹੜੀ ਅੱਡ-ਅੱਡ ਬਿਆਨਬਾਜ਼ੀ ਸੀ ਜਾਂ ਇਹਨਾਂ ਤਿੰਨਾਂ ਬੰਦਿਆਂ ਦੀ ਜਿਹੜੀ ਕੋਸ਼ਿਸ਼ ਸੀ ਇੱਕ ਦੂਜੇ ਨੂੰ ਥੱਲੇ ਖਿੱਚਣ ਦੀ, ਉਸ ਗੱਲ ਨੇ ਸਾਡਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਸੋ ਮੈਂ ਸਮਝਦਾ ਕਿ ਅੱਜ ਜਾਖੜ ਸਾਹਿਬ ਦਾ ਜਾਣਾ, ਮੈਂ ਹਮੇਸ਼ਾ ਜਾਖੜ ਸਾਹਿਬ ਨੂੰ ਇੱਕ ਬਹੁਤ ਹੀ ਇੱਕ ਸਮਝਦਾ ਸੀ ਕਿ ਉਹ ਬਹੁਤ ਸਟਰੋਂਗ ਕਰੈਕਟਰ ਦੇ ਇਨਸਾਨ ਹੈ। ਪਰ ਅੱਜ ਮੈਂ ਸਮਝਿਆ ਕਿ ਉਹਨਾਂ ਨੇ ਬਹੁਤ ਵੱਡੀ ਕਮਜ਼ੋਰੀ ਦਿਖਾਈ ਹੈ, ਕਿਉਂਕਿ ਦੇਖੋ ਸਿਆਸਤ ਵਿੱਚ ਮਾੜਾ ਸਮਾਂ ਚੰਗਾ ਸਮਾਂ ਚੱਲਦਾ ਰਹਿੰਦਾ, ਪਰ ਜਿਹੜੀ ਪਾਰਟੀ ਨੇ ਕਦੀ ਜਾਖੜ ਸਾਹਿਬ ਦੀ ਪਿੱਠ ਨਹੀਂ ਲੱਗਣ ਦਿੱਤੀ, ਉਸ ਪਾਰਟੀ ਨੂੰ ਅੱਜ ਛੱਡ ਕੇ ਜਾਣਾ ਇਹ ਬਹੁਤ ਮਾੜੀ ਗੱਲ। ਕਹਿੰਦੇ ਕਿ ਨੋਟਿਸ ਦੇਣਾ ਵੀ ਤਾਂ ਚੰਗੀ ਗੱਲ ਨਹੀਂ ਸੀ। ਕਹਿੰਦੇ ਮੈਨੂੰ ਨੋਟਿਸ ਦੇ ਦਿੱਤਾ ਗਿਆ, ਮੇਰਾ ਕੋਈ ਮਤਲਬ ਹੀ ਨਹੀਂ ਸੀ ਬਣਦਾ। ਕਹਿੰਦੇ ਮੇਰੇ ਪ੍ਰਤੀ ਜਿਹੜੀ ਗੱਲ ਕਹਿੰਦੇ ਕਹੀ ਗਈ ਸੀ ਜਦੋਂ ਮੈਨੂੰ ਮੁੱਖ ਮੰਤਰੀ ਬਣਾਇਆ ਜਾ ਰਿਹਾ ਸੀ, ਕਹਿੰਦੇ ਕਿ ਉਦੋਂ ਉਹਨਾਂ ਦੀਆਂ ਗੱਲਾਂ ਸੁਣ ਲਈਆਂ ਜਿਹੜੇ ਤਾਂ ਛੱਡ ਕੇ ਚਲੇ ਗਏ ਸੀ ਪਾਰਟੀ, ਪਰ ਮੈਨੂੰ ਨੋਟਿਸ ਦੇਣਾ ਠੀਕ ਨਹੀਂ ਸੀ। ਕਹਿੰਦੇ ਮੇਰੇ ਨਾਲ ਫੋਨ ਤੇ ਗੱਲ ਕਰ ਲੈਂਦੇ ਜਾਂ ਮੈਨੂੰ ਬੁਲਾ ਲੈਂਦੇ ਆਪਦੇ ਕੋਲ। ਇਹ ਚੀਜ਼ਾਂ ਠੀਕ ਮੰਨਦੇ ਹੋ ਤੁਸੀਂ ਜਾਂ ਕਿਵੇਂ ਮੰਨਦੇ ਹੋ? ਦੇਖੋ ਪਰਿਵਾਰ ਵਿੱਚ ਗੁੱਸੇ ਗਿਲੇ ਹੋ ਜਾਂਦੇ ਆ,
ਜਦੋਂ ਆਪਾਂ ਇੱਕ ਪਰਿਵਾਰ ਹੋਈਏ ਗੁੱਸੇ ਗਿਲੇ ਹੋ ਜਾਂਦੇ ਆ। ਕਈ ਵਾਰੀ ਜੋ ਜਾਖੜ ਸਾਹਿਬ ਨੂੰ ਮਹਿਸੂਸ ਹੋਇਆ ਹੈ, ਹੋ ਸਕਦਾ ਹੈ ਕਿ ਚਲੋ ਉਹ ਗੱਲ ਅਵੋਇਡ ਕੀਤੀ ਜਾ ਸਕਦੀ ਸੀ, ਪਰ ਜਾਖੜ ਸਾਹਿਬ ਦੂਜੇ ਪਾਸੇ ਵੀ ਦੇਖਣ ਨਾ ਕਿ ਪਾਰਟੀ ਨੂੰ ਵੀ ਉਹਨਾਂ ਤੋਂ ਬੜੀਆਂ ਉਮੀਦਾਂ ਸੀ ਤੇ ਪਾਰਟੀ ਨੂੰ ਵੀ ਬਹੁਤ ਕੁਝ ਮਹਿਸੂਸ ਹੋਇਆ ਹੋਊਗਾ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਕੈਂਪੇਨ ਕਮੇਟੀ ਦੇ ਚੇਅਰਮੈਨ ਸੀ ਜਾਖੜ ਸਾਹਿਬ। ਪਹਿਲੀ ਵਾਰੀ ਕਾਂਗਰਸ ਪਾਰਟੀ ਵਿੱਚ ਐਕਸੈਪਸ਼ਨ ਹੋਈ ਕਿ ਕੈਂਪੇਨ ਕਮੇਟੀ ਦਾ ਜਿਹੜਾ ਚੇਅਰਮੈਨ ਹੈ ਉਹਨੂੰ ਜਿਹੜੀ ਇਲੈਕਸ਼ਨ ਕਮੇਟੀ ਹੈ ਉਹਦਾ ਮੈਂਬਰ ਬਣਾਇਆ ਗਿਆ। ਪਹਿਲੀ ਵਾਰੀ ਇਹ ਜਾਖੜ ਸਾਹਿਬ ਕਰਕੇ ਪਾਰਟੀ ਨੇ ਐਕਸੈਪਸ਼ਨ ਕੀਤੀ ਤਾਂ ਕਿ ਉਹ ਵਿੱਚ ਬਹਿ ਕੇ ਟਿਕਟਾਂ ਦਾ ਫੈਸਲਾ ਕਰ ਸਕਣ। ਦੂਜੀ ਗੱਲ ਜਿਹੜੀ ਬੜੀ ਜ਼ਰੂਰੀ ਹੈ, ਜਿਹੜੀ ਅੱਜ ਮੈਂ ਕਹਿਣਾ ਚਾਹੁੰਦਾ, ਉਹ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਜਾਖੜ ਸਾਹਿਬ ਨੇ ਇੱਕ ਹਿੰਦੂ ਇਸ਼ੂ ਚੱਕਿਆ, ਵਾਰੀ ਇਲੈਕਸ਼ਨਾਂ ਦੇ ਦੌਰਾਨ ਇਹ ਬਿਆਨ ਦਿੱਤੇ ਕਿ ਮੈਨੂੰ ਮੁੱਖ ਮੰਤਰੀ ਇਸ ਕਰਕੇ ਨਹੀਂ ਬਣਾਇਆ ਗਿਆ ਕਿਉਂਕਿ ਮੈਂ ਹਿੰਦੂ ਸੀ, ਉਹ ਸਭ ਇੱਕ ਸੋਚੀ ਸਮਝੀ ਚਾਲ ਸੀ ਜਿਹੜੀ ਅੱਜ ਸਮਝ ਆਉਂਦੀ ਹੈ। ਉਹ ਪਾਰਟੀ ਨੂੰ ਨੁਕਸਾਨ ਕਰਨ ਦੇ ਸਾਰੇ ਬਿਆਨ ਸੀ ਤਾਂ ਕਿ ਪਾਰਟੀ ਨੂੰ ਵੱਧ ਤੋਂ ਵੱਧ ਨੁਕਸਾਨ ਕੀਤਾ ਜਾ ਸਕੇ, ਜਿਹਦੀ ਅੱਜ ਸਮਝ ਆ ਰਹੀ ਹੈ। ਉਹਨਾਂ ਦਾ ਬੀਜੇਪੀ ਜਾਣਾ ਜੋ ਗੱਲ ਸਮਝ ਆ ਰਹੀ ਹੈ। ਪਰ ਮੈਂ ਇੱਕ ਗੱਲ ਇਹ ਕਹਿਣਾ ਚਾਹੁੰਦਾ ਹੈ, ਦੇਖੋ ਮੇਰੀ ਗੱਲ ਸੁਣ ਲਓ, ਜਿਹੜੇ ਪੋਲੀਟੀਕਲ ਅਹੁਦੇ ਹੈ ਉਹ ਕਰਮਾਂ ਨਾਲ ਮਿਲਦੇ ਆ ਜਾਂ ਲੋਕਾਂ ਦੀ ਬਖਸ਼ਿਸ਼ ਨਾਲ ਮਿਲਦੇ ਆ, ਪਰ ਜਾਖੜ ਸਾਹਿਬ ਨੂੰ ਐਡੇ ਵੱਡੇ ਅਹੁਦੇ ਪਾਰਟੀ ਨੇ ਦਿੱਤੇ, ਉਦੋਂ ਵੀ ਹਿੰਦੂ ਹੀ ਸੀ ਜਾਖੜ ਸਾਹਿਬ। ਜਦੋਂ ਪਾਰਟੀ ਦਾ ਪ੍ਰਧਾਨ ਬਣਾਇਆ ਉਦੋਂ ਵੀ ਹਿੰਦੂ ਸੀ ਜਾਖੜ ਸਾਹਿਬ, ਜਦੋਂ CLP ਲੀਡਰ ਬਣਾਇਆ ਉਦੋਂ ਵੀ ਹਿੰਦੂ ਸੀ ਜਾਖੜ ਸਾਹਿਬ। ਸੋ ਇਸ ਕਰਕੇ ਜੇ ਮੈਂ ਵੀ ਮੰਨਦਾ, ਦੇਖੋ ਮੈਂ ਹਾਲਾਂਕਿ ਜਿਹੜੀ ਉਹ ਜਾਖੜ ਸਾਹਿਬ ਨੇ ਗੱਲ ਕੀਤੀ ਕਿ ਮੈਨੂੰ ਮੁੱਖ ਮੰਤਰੀ ਨਹੀਂ ਬਣਾਇਆ, ਉੱਥੇ ਕਿਸੇ ਨਾ ਕਿਸੇ ਐਪੀਸੋਡ ਵਿੱਚ ਮੈਂ ਖਾਸ ਕਰਕੇ ਮੈਂ ਜਾਖੜ ਸਾਹਿਬ ਦਾ ਸਪੋਰਟਰ ਸੀਗਾ, ਪਰ ਪਾਰਟੀ ਦੀ ਕੁਝ ਮਜਬੂਰੀ ਵੀ ਕਿਤੇ ਹੋ ਸਕਦੀ। ਹਮਾਇਤ ਕਰੀ ਸੀ ਉਦੋਂ ਕਿ ਜਾਖੜ ਨੂੰ CM ਬਣਾਤਾ ਜਾਵੇ। ਮੈਂ ਦੇਖੋ ਪਰਸਨਲੀ ਮੈਂ ਉਦੋਂ ਜਾਖੜ ਸਾਹਿਬ ਦਾ ਹਮਾਇਤੀ ਸੀਗਾ ਕਿ ਜਾਖੜ ਸਾਹਿਬ ਨੂੰ ਮੌਕਾ ਮਿਲਣਾ ਚਾਹੀਦਾ, ਮੈਂ ਜਿਹੜੀ ਸਪਸ਼ਟ ਗੱਲ ਹੈ। ਪਰ ਮੈਂ ਇੱਕ ਗੱਲ ਜਾਖੜ ਸਾਹਿਬ ਨੂੰ ਅੱਜ ਪੁੱਛਣਾ ਚਾਹੁੰਦਾ ਕਿ ਮੰਨ ਲਈ ਗੱਲ ਕਿ ਸੀਗੇ, ਪਰ ਜਾਖੜ ਸਾਹਿਬ ਆਪਦੇ ਅੰਦਰ ਵੀ ਝਾਤੀ ਮਾਰਨਾ, ਪਾਰਟੀ ਨੇ ਇੰਨਾ ਕੁਝ ਦਿੱਤਾ ਤੇ ਜਾਖੜ ਸਾਹਿਬ ਨੇ ਪਾਰਟੀ ਨੂੰ ਮੋੜ ਕੇ ਕੀ ਦਿੱਤਾ, ਸਿਵਾਏ ਅਖੀਰ 'ਚ ਜੇ ਇੱਕ ਵਾਰੀ ਨਹੀਂ ਬਣਾ ਸਕੇ ਕੁਛ ਤੇ ਤੁਸੀਂ ਇੰਨਾ ਪਾਰਟੀ ਦਾ ਨੁਕਸਾਨ ਕਰਨ ਚੱਲ ਪਓ। ਮੈਂ ਸਮਝਦਾ ਜਾਖੜ ਸਾਹਿਬ ਨੇ ਤਾਂ ਉਸ ਤੋਂ ਬਾਅਦ ਧਈਆ ਕਰ ਲਿਆ ਸੀ ਕਿ ਜੇ ਮੈਂ ਨਹੀਂ ਬਣਿਆ ਤੇ ਮੈਂ ਕਿਸੇ ਨੂੰ ਬਣਨ ਹੀ ਨਹੀਂ ਦੇਣਾ, ਮੈਂ ਪਾਰਟੀ ਦਾ ਜਿੰਨਾ ਨੁਕਸਾਨ ਕਰ ਸਕਾਂ ਕਰਾਂ। ਜਿਹੜੀ ਸੋਚ ਜਾਖੜ ਸਾਹਿਬ ਲੈ ਕੇ ਚੱਲ ਪਈ ਸੀ, ਜਿਹੋ ਜਿਹੇ ਬਿਆਨ ਜਾਖੜ ਸਾਹਿਬ ਨੇ ਇਲੈਕਸ਼ਨ ਦੌਰਾਨ ਦਿੱਤੇ ਹੈ, ਉਹ ਬਿਆਨ ਸਿਰਫ ਇੱਕ ਹੀ ਗੱਲ ਦਰਸਾਉਂਦੇ ਸੀ ਕਿ ਜੇ ਮੈਨੂੰ ਨਹੀਂ ਦਿੱਤਾ ਤੇ ਮੈਂ ਪਾਰਟੀ ਦਾ ਨੁਕਸਾਨ ਕਰਾਂ। ਸੋ ਮੈਂ ਸਮਝਦਾ ਕਿ ਇੰਨੀ ਉਮੀਦ ਨਹੀਂ ਸੀ ਕਿ ਜਾਖੜ ਸਾਹਿਬ ਇੰਨੇ ਮਤਲਬ ਆਪਦੇ ਸਵਾਰਥ ਪਿੱਛੇ ਇੰਨੇ ਆਊਟ ਆਫ ਦ ਵੇ ਜਾਣਗੇ। ਉਹਨਾਂ ਦਾ ਭਤੀਜਾ ਹੁਣ ਕਾਂਗਰਸ ਦੇ ਵਿੱਚ ਹੀ ਹੈ, ਤੁਹਾਨੂੰ ਕੀ ਲੱਗਦਾ ਰਹਿਣਗੇ ਕਾਂਗਰਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹ ਕਹਿੰਦੇ ਕਿ ਸੁਨੀਲ ਜਾਖੜ ਮੇਰੇ ਸਿਆਸੀ ਗੁਰੂ ਨੇ? ਦੇਖੋ ਸੰਦੀਪ ਜਾਖੜ ਇੱਕ ਹੋਣਹਾਰ ਨੌਜਵਾਨ ਹੈ, ਸੋ ਮੈਂ ਸਮਝਦਾ ਕਿ ਉਹ ਆਪਦਾ ਭਵਿੱਖ ਦਾ ਫੈਸਲਾ ਖੁਦ ਲਵੇਗਾ ਤੇ ਇੱਕ ਜ਼ਿੰਮੇਵਾਰੀ ਨਾਲ ਲਏਗਾ। ਤੇ ਮੈਂ ਸਮਝਦਾ ਕਿ ਦੇਖੋ ਜਿਹੜੀ ਇਸ ਪਰਿਵਾਰ ਦੀ ਲੈਗੇਸੀ ਹੈ ਉਹ ਤਾਂ ਕਾਂਗਰਸ 'ਚ ਹੈ, ਤੇ ਮੈਂ ਸਮਝਦਾ ਠੀਕ ਹੈ ਸੁਨੀਲ ਜਾਖੜ ਜੀ ਚਲੇ ਗਏ, ਪਰ ਸੰਦੀਪ ਜਾਖੜ ਨੂੰ ਆਪਦੇ ਪਰਿਵਾਰ ਦੀ ਲੈਗੇਸੀ ਕਾਂਗਰਸ ਵਿੱਚ ਤਕੜੇ ਹੋ ਕੇ ਅੱਗੇ ਲੈ ਕੇ ਜਾਣੀ ਚਾਹੀਦੀ ਹੈ ਤੇ ਜਿਉਂਦੀ ਰੱਖਣੀ ਚਾਹੀਦੀ ਹੈ। ਮੇਰੀ ਤਾਂ ਸੰਦੀਪ ਜੀ ਨੂੰ ਇਹੀ ਸਲਾਹ ਹੈ। ਢਿੱਲੋਂ ਸਾਹਿਬ 1-2 ਮਿੰਟ ਦਾ ਮੈਂ ਸਮਾਂ ਲੈਣਾ ਹੈ, ਕਾਂਗਰਸ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਕਹਿੰਦੇ ਕਿ 9 ਸਿੱਖੀਆਂ ਦੇ ਹੱਥ ਜਾਂ ਗੈਰ ਤਜਰਬੇਕਾਰਾਂ ਦੇ ਹੱਥ ਕਮਾਨ ਹੈ, ਕਾਂਗਰਸ ਦੀ ਠੀਕ ਲੱਗਦੀ ਹੈ ਗੱਲ ਤੁਹਾਨੂੰ ਇਹ? ਦੇਖੋ ਜਦੋਂ ਕੋਈ ਨੁਕਸ ਕੱਢਣਾ ਹੋਵੇ ਨਾ, ਹਰੇਕ ਗੱਲ ਦੇ ਦੋਨੋਂ ਪਹਿਲੂ ਹੋ ਜਾਂਦੇ ਆ, ਠੀਕ ਹੈ। ਅਕਸਰ ਨੌਜਵਾਨਾਂ ਨੂੰ ਮੌਕਾ ਦੇਣਾ ਹੀ ਸੀ ਪਾਰਟੀ ਨੇ ਤੇ ਦੇਤਾ, ਤੇ ਤਜਰਬਾ ਕੰਮ ਕਰਨ ਵਾਲਾ ਆ ਜਾਂਦਾ। ਵੈਸੇ ਤਾਂ ਜਿਹੜੇ ਨੌਜਵਾਨਾਂ ਨੂੰ ਪਾਰਟੀ ਨੇ ਮੌਕਾ ਦਿੱਤਾ ਹੈ ਉਹ ਸਾਰੇ ਤਜਰਬੇਕਾਰ ਹੈ, ਕਿਉਂਕਿ ਉਹਨਾਂ ਨੂੰ ਸਾਰਿਆਂ ਨੂੰ 20-25 ਸਾਲ ਹੋ ਗਏ, ਤੇ ਇਸ ਤੋਂ ਬਾਅਦ ਤਜਰਬਾ ਕੀ ਹੁੰਦਾ? 50 ਸਾਲ ਦਾ ਤਾਂ ਬੰਦਾ ਮਤਲਬ ਸਰਕਾਰੀ ਨੌਕਰੀ 'ਚ ਜੇ ਬੰਦਾ ਜੁਆਇਨ ਕਰੇ ਤੇ 60 ਸਾਲ ਦਾ ਰਿਟਾਇਰ ਹੋ ਜਾਂਦਾ। ਸੋ ਇਸ ਕਰਕੇ ਉਹ ਸਾਰੇ ਜਿੰਨੇ ਵੀ ਇਸ ਵੇਲੇ ਨੇ ਉਹ ਸਾਰੇ 45 ਸਾਲਾਂ ਤੋਂ ਉੱਪਰ ਨੇ, ਸੋ ਇਸ ਕਰਕੇ ਉਹ ਸਾਰੇ ਤਜਰਬੇਕਾਰ ਨੇ। ਦੂਜੀ ਗੱਲ, ਤੇ ਪੰਜਾਬ ਦੇ ਲੋਕਾਂ ਨੇ ਜਿਹੜੀ ਹੁਣ ਸਰਕਾਰ ਬਣਾਈ ਹੈ ਇਹ ਕਿਹੜੀ ਤਜਰਬੇ ਦੀ PhD ਕਰਕੇ ਆਈ ਹੈ? ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਾਂਗਰਸ ਨੇ
ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਉਹਨਾਂ ਦਾ, ਜਿਨ੍ਹਾਂ ਨੂੰ ਹੁਣ ਜ਼ਿੰਮੇਵਾਰੀ ਜਿਨ੍ਹਾਂ ਕੋਲ ਪੰਜਾਬ ਦੀ, ਉਹਦੇ ਨਾਲੋਂ ਤਾਂ ਉਹਨਾਂ ਦਾ ਕਿਤੇ ਵੱਧ ਤਜਰਬਾ ਹੈ। ਸੋ ਇਹ ਕੋਈ ਗੱਲ ਨਹੀਂ ਹੈ। ਸੋ ਮੈਂ ਸਮਝਦਾ ਹਾਂ ਕਿ ਸਾਰੇ ਹਿੰਮਤੀ ਨੌਜਵਾਨ ਨੇ, ਸਾਰੇ ਤਕੜੇ ਹੋ ਕੇ ਕੰਮ ਕਰਨਗੇ। ਠੀਕ ਹੈ, ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇੱਕ ਫੈਸਲਾ ਆਇਆ, ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਨਵਜੋਤ ਸਿੰਘ ਸਿੱਧੂ ਨੂੰ ਸਜ਼ਾ ਹੋਣ ਜਾ ਰਹੀ, ਸਜ਼ਾ ਨੂੰ ਲੈ ਕੇ ਫੈਸਲਾ ਸੁਣਾ ਦਿੱਤਾ। ਕਿਵੇਂ ਦੇਖਦੇ ਹੋ ਇੱਕੇ ਦਿਨ ਨਵਜੋਤ ਸਿੰਘ ਸਿੱਧੂ ਔਰ ਸੁਨੀਲ ਜਾਖੜ ਦਾ ਐਪੀਸੋਡ? ਦੇਖੋ ਉਹ ਤਾਂ ਚਲੋ ਇੱਕ ਉਹਨਾਂ ਦਾ ਪਰਸਨਲ ਕੇਸ ਹੈ। ਆਪਾਂ ਸਾਰਿਆਂ ਨੂੰ ਪਤਾ ਕਿ ਬੜੀ ਦੇਰ ਪੁਰਾਣਾ ਇਹ ਕੇਸ ਚੱਲ ਰਿਹਾ ਹੈ ਤੇ ਇਹ ਕਾਫੀ ਇਹਦੇ ਵਿੱਚ ਕਾਫੀ ਕੁਝ ਹੋਇਆ ਹੈ। ਸੋ ਸੁਪਰੀਮ ਕੋਰਟ ਦਾ ਫੈਸਲਾ ਹੈ, ਉਹਦੇ ਬਾਰੇ ਤਾਂ ਮੈਂ ਕੀ ਕਹਿਣਾ ਚਾਹੁੰਦਾ, ਮੈਂ ਸਮਝਦਾ ਹਾਂ ਕਿ ਇੱਕ ਸੈਟਬੈਕ ਹੈ ਸਿੱਧੂ ਸਾਹਿਬ ਵਾਸਤੇ। ਸੋ ਉਹ ਤਾਂ ਚਲੋ ਜੋ ਸੁਪਰੀਮ ਕੋਰਟ ਦਾ ਫੈਸਲਾ ਹੈ ਉਹ ਤਾਂ ਉਸ ਵਾਸਤੇ ਸੈਟਬੈਕ ਹੈ ਜਾਂ ਨਹੀਂ? ਮੈਂ ਸਮਝਦਾ ਹਾਂ ਕਿ ਦੇਖੋ ਆਈ ਥਿੰਕ ਕਿ ਨੋ ਡਾਊਟ ਸਿੱਧੂ ਸਾਹਿਬ ਇੱਕ ਐਸਟ ਸੀ ਕਾਂਗਰਸ ਵਾਸਤੇ, ਪਰ ਸਿੱਧੂ ਸਾਹਿਬ ਦਾ ਵੀ ਜਿਹੜਾ ਰੋਲ ਰਿਹਾ ਡਿਊਰਿੰਗ ਇਲੈਕਸ਼ਨ ਜਾਂ ਆਫਟਰ, ਜਦੋਂ ਉਹਨਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ, ਉਹ ਵੀ ਬੜਾ ਇੱਕ ਮਤਲਬ ਬੜਾ ਹੀ ਡਿਫਰੈਂਟ ਰੋਲ ਰਿਹਾ। ਦੇਖੋ ਮੈਂ ਅੱਜ ਕਹਿਣਾ ਚਾਹੁੰਦਾ, ਵੈਸੇ ਮੈਂ ਜਲਦੀ ਤਣੇ ਕੈਮਰੇ ਤੇ ਕਮੈਂਟ ਨਹੀਂ ਕਰਦਾ ਹੁੰਦਾ, ਪਰ ਅੱਜ ਮੈਂ ਕਹਿਣਾ ਚਾਹੁੰਦਾ ਕਿ ਐਜ਼ ਅ ਜੂਨੀਅਰ, ਐਜ਼ ਅ ਐਡਮਾਇਰਰ, ਮੈਂ ਇਹ ਗੱਲ ਕਹਿਣਾ ਚਾਹੁੰਦਾ ਔਨ ਕੈਮਰਾ, ਐਜ਼ ਅ ਐਡਮਾਇਰਰ ਆਫ ਬੋਥ ਈਵਨ ਸੁਨੀਲ ਜਾਖੜ ਐਂਡ ਨਵਜੋਤ ਸਿੱਧੂ, ਬਟ ਪਰਸਨਲੀ ਮੈਂ ਆਪਦੀ ਪਰਸਨਲ ਗੱਲ ਕਰ ਰਿਹਾ, ਮੈਂ ਬੜਾ ਡਿਸਅਪੋਇੰਟਡ ਸੀਗਾ ਕਿ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਪਾਰਟੀ ਨੇ ਬਣਾਤੇ, ਉਸ ਤੋਂ ਬਾਅਦ ਜਿਹੜਾ ਰੋਲ ਸੀ ਸਿੱਧੂ ਸਾਹਿਬ ਦਾ ਤੇ ਜਾਖੜ ਸਾਹਿਬ ਦਾ, ਬੜਾ ਡਿਸਅਪੋਇੰਟਿੰਗ ਸੀਗਾ। ਦੇਖੋ ਕਦੀ ਜ਼ਿੰਦਗੀ ਵਿੱਚ ਇਹ ਨਹੀਂ ਹੋਣਾ ਚਾਹੀਦਾ ਕਿ ਇਧਰ ਮਾਈ ਵੇ ਔਰ ਹਾਈਵੇ, ਇਹਨਾਂ ਦੋਨਾਂ ਨੇ ਇੱਕ ਰੋਲ ਅਪਣਾ ਲਿਆ ਸੀ ਕਿ ਜੇ ਸਾਨੂੰ ਨਹੀਂ ਮਿਲੀ ਨਾ ਮੁੱਖ ਮੰਤਰੀਸ਼ਿਪ ਤੇ ਅਸੀਂ ਹੁਣ ਪਾਰਟੀ ਖਤਮ ਕਰ ਦਈਏ, ਅਸੀਂ ਇਹ ਇਨਸ਼ੋਰ ਕਰੀਏ ਕਿ ਹੁਣ ਦੁਬਾਰਾ ਸਰਕਾਰ ਨਾ ਆਵੇ, ਦੁਬਾਰਾ ਮਤਲਬ ਮਿਸਟਰ ਚੰਨੀ ਮੁੱਖ ਮੰਤਰੀ ਨਾ ਬਣਨ। ਇਹਨਾਂ ਨੇ ਮਤਲਬ ਦੋਨਾਂ ਨੇ ਵਾਹ ਲਾ ਦਿੱਤੀ ਸੀ। ਚੰਨੀ ਦਾ ਰੋਲ ਕਿਵੇਂ ਦੇਖਦੇ ਹੋ ਤੁਸੀਂ? ਦੇਖੋ ਚੰਨੀ ਸਾਹਿਬ ਮੈਂ ਸਮਝਦਾ ਜਦੋਂ ਮੁੱਖ ਮੰਤਰੀ ਬਣੇ ਉਹ ਇੱਕ ਹਾਲਾਤ ਬਣ ਗਏ ਸੀ, ਮੈਂ ਅਸਲੀਅਤ ਗੱਲ ਕਰਦਾ, ਉਹ ਕੋਈ ਕੰਟੈਂਡਰ ਨਹੀਂ ਸੀ ਪਹਿਲਾਂ, ਉਹ ਇੱਕ ਹਾਲਾਤ ਬਣ ਗਏ ਸੀ। ਸੋ ਮੈਂ ਸਮਝਦਾ ਉਹਨਾਂ ਦੇ ਕਰਮਾਂ 'ਚ ਹੀ ਸੀਗਾ, ਉਹ ਇੱਕ ਹਾਲਾਤ ਬਣ ਗਏ ਸੀ। ਪਰ ਐਜ਼ ਅ ਚੀਫ ਮਿਨਿਸਟਰ ਉਹਨਾਂ ਨੇ ਆਪ ਬੜਾ ਟਰਾਈ ਕੀਤਾ, ਕੋਸ਼ਿਸ਼ਾਂ ਕੀਤੀਆਂ, ਜਿਹੜੇ ਕੰਮ ਪਾਰਟੀ ਦੇ ਏਜੰਡੇ ਦੇ ਸੀ 3 ਮਹੀਨਿਆਂ 'ਚ ਉਹਨਾਂ ਨੇ ਪਾਰਟੀ ਨੂੰ ਨਾਲ ਲੈ ਕੇ ਉਹ ਸਾਰੇ ਕੰਮ ਕੀਤੇ ਤੇ ਦਿਨ ਰਾਤ ਮਿਹਨਤ ਕਰਕੇ ਉਹ ਸਿਰੇ ਲਾਏ। ਸੋ ਦੇਖੋ ਅੱਜ ਲੋਕ ਯਾਦ ਕਰ ਰਹੇ ਆ ਜਿਹੜੇ ਚੰਨੀ ਸਾਹਿਬ ਨੇ ਬਿੱਲਾਂ ਦੇ ਫੈਸਲੇ ਕੀਤੇ ਸੀ, ਅੱਜ ਲੋਕ ਯਾਦ ਕਰਦੇ ਆ ਕਿ ਉਹਨਾਂ ਨੇ ਵਾਕਈ ਹਰੇਕ ਘਰ ਦੀ ਬਿਜਲੀ ਦਾ ਬਿੱਲ ਘਟਾਇਆ। ਸੋ ਬੜੇ ਅੱਛੇ ਫੈਸਲੇ ਚੰਨੀ ਸਾਹਿਬ ਨੇ ਕੀਤੇ। ਆਹ ਬੜਾ ਵੱਡਾ ਫੈਸਲਾ ਕੀਤਾ ਜਿਹੜਾ ਜਨਰਲ ਕੈਟੇਗਰੀ ਕਮਿਸ਼ਨ ਬਣਾਇਆ ਸੀ, ਉਹ ਬਹੁਤ ਜ਼ਰੂਰੀ ਸੀ। ਸੋ ਇਹੋ ਜਿਹੇ ਬੜੇ ਫੈਸਲੇ ਚੰਨੀ ਸਾਹਿਬ ਨੇ ਚੰਗੇ ਕੀਤੇ, ਪਰ ਮੈਂ ਸਮਝਦਾ ਹਾਂ ਕਿ ਸਮਾਂ ਘੱਟ ਮਿਲਿਆ। ਇੱਕ ਸੱਚੀ ਗੱਲ ਇਹ ਹੈ ਕਿ ਇਹ ਦੋਨਾਂ ਨੇ ਉਹਨਾਂ ਦੀ ਪੱਗ ਹੀ ਨਹੀਂ ਵੱਜਣ ਦਿੱਤੀ। ਸੋ ਮੈਂ ਸਮਝਦਾ ਇਸ ਲੜਾਈ ਤੇ ਜਾਖੜ ਨੇ ਨਹੀਂ ਵੱਜਣ ਦਿੱਤੀ। ਜਿਹੜੀ ਅਸਲੀਅਤ ਗੱਲ ਹੈ ਸਾਨੂੰ ਕਿਤੇ ਨਾ ਕਿਤੇ ਤਾਂ ਹੁਣ ਇਹ ਗੱਲਾਂ ਕਰਨੀਆਂ ਪੈਣਗੀਆਂ, ਕਿਉਂਕਿ ਮੈਂ ਬਹੁਤ ਸਾਰੀ ਇਹੋ ਜਿਹੀ ਇਨਫੋਰਮੇਸ਼ਨ ਹੈ ਜਿਹਦੇ ਤੋਂ ਮੈਂ ਜਾਣੂ ਹੈ। ਸੋ ਮੈਂ ਤਾਂ ਅੱਗੇ ਤੁਹਾਨੂੰ ਜਿਵੇਂ ਮੈਂ ਫਿਰ ਤੋਂ ਰਿਪੀਟ ਕਰ ਰਿਹਾ ਕਿ ਮੈਂ ਐਡਮਾਇਰ ਸੀ ਇਹਨਾਂ ਦੋਨਾਂ ਦਾ। ਮੈਂ ਤੁਹਾਨੂੰ ਦੱਸਿਆ ਕਿ ਮੈਂ ਜਾਖੜ ਦਾ ਸਪੋਰਟਰ ਵੀ ਸੀ, ਉਦੋਂ ਜਾਖੜ ਤੇ ਸਿੱਧੂ ਦਾ ਐਡਮਾਇਰ ਸੀ, ਪਰ ਇਹਨਾਂ ਨੇ ਇੱਕ ਬੜਾ ਪਰਸਨਲ ਸਵਾਰਥ ਦਿਖਾਇਆ ਦੋਨਾਂ ਨੇ ਕਿ ਜੇ ਸਾਨੂੰ ਨਹੀਂ ਨਾ ਬਣਾਇਆ ਤੇ ਅਸੀਂ ਹੁਣ ਮਤਲਬ ਇਹ ਪਾਰਟੀ ਨੂੰ ਦੁਬਾਰਾ ਪਾਵਰ 'ਚ ਨਹੀਂ ਆਉਣ ਦੇਣਾ, ਅਸੀਂ ਮਤਲਬ ਦੁਬਾਰਾ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇਣਾ। ਇਹ ਦੋਨੋਂ ਤਾਂ ਇਸੇ ਨਿਸ਼ਾਨੇ 'ਤੇ ਹੀ ਚੱਲੇ ਰਹੇ। ਮੇਰਾ ਆਖਿਰਲਾ ਸਵਾਲ ਹੈ, ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰੋ ਪੰਜਾਬ ਟੀਵੀ ਤੇ ਗੱਲਬਾਤ ਦੌਰਾਨ ਕਿਹਾ, ਹੱਥ ਜੋੜ ਕੇ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਕੰਮ ਕਾਂਗਰਸ ਹਾਈਕਮਾਨ ਨਹੀਂ ਕਰ ਸਕੀ, ਹਾਈਕਮਾਨ ਨੂੰ ਕਿਹਾ ਬਹੁਤ ਕਮਜ਼ੋਰ ਹੈ, ਔਰ ਕਹਿੰਦੇ ਕਿ ਉਹ ਕੰਮ ਸੁਪਰੀਮ ਕੋਰਟ ਨੇ ਕਰਤਾ, ਨਵਜੋਤ ਸਿੱਧੂ ਨੂੰ ਸਜ਼ਾ ਦੇਤੀ, ਕਹਿੰਦੇ ਵਧੀਆ ਕੀਤਾ। ਨਹੀਂ ਮੈਂ ਤਾਂ ਇਸ ਗੱਲ 'ਚ ਨਹੀਂ ਕੋਈ ਕਮੈਂਟ ਕਰਨਾ ਚਾਹੁੰਦਾ ਕਿਉਂਕਿ ਉਹ ਉਹਨਾਂ ਦਾ ਆਪਦਾ ਕੇਸ ਹੈ, ਸੁਪਰੀਮ ਕੋਰਟ ਦਾ ਫੈਸਲਾ ਹੈ। ਹਾਂ ਪਰ ਮੈਂ ਜਿਹੜੀ ਮੈਂ ਗੱਲ ਕਹਿਣਾ ਚਾਹੁੰਦਾ, ਮੈਂ ਤੁਹਾਨੂੰ ਅੱਗੇ ਕਿਹਾ ਕਿ ਮੈਂ ਇਹਨਾਂ ਨੂੰ ਐਡਮਾਇਰ ਕਰਦਾ ਸੀ ਦੋਨਾਂ ਨੂੰ, ਜਾਖੜ ਤੇ ਸਿੱਧੂ ਨੂੰ, ਤੇ ਮੈਂ ਇਹਨਾਂ ਦੇ ਰੋਲ ਤੋਂ ਬੜਾ ਡਿਸਅਪੋਇੰਟ ਸੀ ਦਿਲੋਂ ਕਿ ਇਹ ਨਹੀਂ ਕਦੀ ਬੰਦੇ ਦੀ ਇਹ ਸੋਚ ਨਹੀਂ ਹੋਣੀ ਚਾਹੀਦੀ ਕਿ ਜੇ ਮੈਨੂੰ ਨਹੀਂ ਤੇ ਮੈਂ ਮੁੜ ਕੇ ਕਿਸੇ ਨੂੰ ਨਹੀਂ ਬਣ ਦੇਣਾ। ਸੋ ਇਹ ਪਾਰਟੀ ਵਿੱਚ ਇੱਕ ਵੱਡਾ ਦਿਲ ਤੇ ਵੱਡਾ ਮਤਲਬ ਇੱਕ ਸੋਚ ਲੈ ਕੇ ਚੱਲਣਾ ਚਾਹੀਦਾ ਹੈ। ਜੇ ਅੱਜ ਪਾਰਟੀ ਸ਼ਕਤੀ 'ਚ ਹੈ ਤੇ ਹੋ ਸਕਦਾ ਮੈਨੂੰ ਕੋਈ ਰੋਲ ਮਿਲ ਜੇ, ਪਰ ਇਹ ਜ਼ਰੂਰੀ ਨਹੀਂ ਕਿ ਮੈਨੂੰ
ਉਹੀ ਰੋਲ ਮਿਲੇ ਜਿਹੜਾ ਮੈਂ ਚਾਹੁੰਦਾ। ਕਈ ਵਾਰੀ ਨਹੀਂ ਮਿਲਦਾ ਹੁੰਦਾ, ਪਰ ਇੱਕ ਰੋਲ ਮਿਲ ਜਾਂਦਾ। ਤੇ ਜਦੋਂ ਆਪਾਂ ਪੰਜਾਬ ਵਾਸਤੇ ਕੰਮ ਕਰਨਾ ਹੈ, ਪੰਜਾਬ ਦੇ ਲੋਕਾਂ ਵਾਸਤੇ ਕੰਮ ਕਰਨਾ, ਫਿਰ ਕੋਈ ਅੱਛਾ ਰੋਲ ਮਿਲ ਜੇ ਬੰਦਾ ਕੰਮ ਕਰ ਸਕਦਾ। ਸੋ ਇਹਨਾਂ ਦਾ ਤਾਂ, ਇਹਨਾਂ ਦੋਨਾਂ ਨੂੰ ਤਾਂ ਪਾਰਟੀ ਨੇ ਬਹੁਤ ਵਧੀਆ ਰੋਲ ਦੇ ਕੇ ਰੱਖੇ। ਕਿੱਕੀ ਢਿੱਲੋਂ ਹੁਣੀ ਸਾਡੇ ਨਾਲ ਸਨ, ਸਾਬਕਾ ਵਿਧਾਇਕ ਨੇ ਔਰ ਬੇਬਾਕੀ ਦੇ ਨਾਲ ਇਹਨਾਂ ਨੇ ਗੱਲਾਂ ਕੀਤੀਆਂ ਨੇ। ਕਿੱਕੀ ਢਿੱਲੋਂ ਹੁਣੀ ਕਹਿ ਰਹੇ ਨੇ ਕਿ ਬਹੁਤ ਕੁਝ ਦਿੱਤਾ ਹੈ ਸੁਨੀਲ ਜਾਖੜ ਤੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਨੇ, ਔਰ ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ ਸੀ। ਦੋਹਾਂ ਨੂੰ ਜਦੋਂ ਚੀਫ ਮਿਨਿਸਟਰ ਵਾਲੀ ਕੁਰਸੀ ਨਹੀਂ ਮਿਲੀ ਤਾਂ ਫਿਰ ਉਹਨਾਂ ਨੇ ਕਿਹਾ ਕਿ ਜਦੋਂ ਸਾਨੂੰ ਕੁਰਸੀ ਨਹੀਂ ਮਿਲੀ ਤਾਂ ਫਿਰ ਦੂਸਰੇ ਨੂੰ ਵੀ ਕੁਰਸੀ ਤੇ ਨਹੀਂ ਬੈਠਣ ਦੇਣਾ। ਇਸੇ ਕਲੇਸ਼ ਕਰਕੇ ਕਾਂਗਰਸ ਦਾ ਨੁਕਸਾਨ ਹੋਇਆ ਤੇ ਸੁਨੀਲ ਜਾਖੜ ਦੇ ਫੈਸਲੇ ਤੇ ਵੀ ਇਹਨਾਂ ਨੇ ਸਵਾਲ ਚੁੱਕੇ ਕਿ ਜਾਖੜ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ, ਕਿਉਂਕਿ ਸੁਨੀਲ ਜਾਖੜ ਨੂੰ ਹਾਰ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਨੇ ਵੱਡੇ ਅਹੁਦਿਆਂ ਤੇ ਰੱਖਿਆ ਤੇ ਨਾਲ ਹੀ ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਲੈ ਕੇ ਕਿਹਾ ਕਿ ਚੰਨੀ ਦੀ ਪੱਗ ਤਾਂ ਦੋਨਾਂ ਨੇ ਨਹੀਂ ਵੱਜਣ ਦਿੱਤੀ, ਨਹੀਂ ਤਾਂ ਹੋ ਸਕਦਾ ਸੀ ਕਿ ਜੇ ਆਪਸ ਦੇ ਵਿੱਚ ਇੱਕ ਕਲੇਸ਼ ਚੋਣਾਂ ਤੋਂ ਪਹਿਲਾਂ ਨਾ ਪੈਂਦਾ ਤਾਂ ਕਾਂਗਰਸ ਕੁਝ ਚੰਗੀਆਂ ਸੀਟਾਂ ਲੈ ਜਾਂਦੀ। ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਚੰਡੀਗੜ੍ਹ।